गुड मॉर्निंग स्टूडेंट्स। बेटा ਅੱਜ ਅਸੀਂ ਨੈਕਸਟ ਟੌਪਿਕ ਡਿਸਕਸ ਕਰ ਰਹੇ ਹਾਂ ਚੈਪਟਰ ਨੰਬਰ 2 ਸਿਵਿਕਸ ਫੈਡਰਲਿਜ਼ਮ। ਇਹਦਾ ਨੈਕਸਟ ਟੌਪਿਕ ਇਜ਼ ਹਾਊ ਇਜ਼ ਫੈਡਰਲਿਜ਼ਮ ਪ੍ਰੈਕਟਿਸਡ। ਇਸ ਟੌਪਿਕ ਦੇ ਅਸੀਂ ਡਿਸਕਸ ਕਰਾਂਗੇ ਕਿ ਹਿੰਦੁਸਤਾਨ ਦੇ ਵਿੱਚ ਫੈਡਰਲਿਜ਼ਮ ਜਿਹੜਾ ਹੈ ਉਹਨੂੰ ਕਿਸ ਤਰ੍ਹਾਂ ਪ੍ਰੈਕਟਿਸ ਕੀਤਾ ਜਾਂਦਾ ਹੈ ਜਾ ਰਿਹਾ ਹੈ। ਅਸੀਂ ਰਿਐਲਿਟੀ ਚੈੱਕ ਕਰਾਂਗੇ ਔਰ ਨਾਲ ਦੀ ਨਾਲ ਅਸੀਂ ਇਹ ਵੀ ਦੇਖਾਂਗੇ ਕਿ ਹਿੰਦੁਸਤਾਨ ਦਾ ਜਿਹੜਾ ਫੈਡਰਲਿਜ਼ਮ ਹੈ ਕਾਫੀ ਸਕਸੈਸਫੁਲ ਰਿਹਾ ਹੈ। ਉਹਦੇ ਪਿੱਛੇ ਕੀ ਕਾਰਨ ਹੈ, ਜਿਵੇਂ ਕਿ ਇੰਟਰੋਡਕਸ਼ਨ 'ਚ ਇਹਨਾਂ ਨੇ ਦੱਸਿਆ ਹੈ ਬੁੱਕ ਦੇ ਵਿੱਚ। ਉਹ ਦੱਸਦਾ ਹੈ ਕਿ ਫੈਡਰਲਿਜ਼ਮ ਦੇ ਸਕਸੈਸਫੁਲ ਰਹਿਣ ਦਾ ਕਾਰਨ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ, ਡੈਮੋਕ੍ਰੈਟਿਕ ਪੋਲੀਟਿਕਸ ਜਿਹੜੀ ਹੈ ਉਹਨੇ ਇਹਨੂੰ ਸਕਸੈਸਫੁਲ ਬਣਾਇਆ ਹੈ। ਮੋਰ ਓਵਰ ਫੈਡਰਲਿਜ਼ਮ ਦੀ ਸਪਿਰਿਟ ਨੂੰ ਮੇਨਟੇਨ ਰੱਖਿਆ ਗਿਆ ਹੈ ਗਵਰਨਮੈਂਟ ਦੁਆਰਾ, ਲੋਕਾਂ ਦੇ ਦੁਆਰਾ। ਦੈਨ ਅਸੀਂ ਡਾਇਵਰਸਿਟੀ ਦੀ ਸਾਰੇ ਰਿਸਪੈਕਟ ਕਰਦੇ ਹਾਂ ਕਿ ਅਸੀਂ ਵੱਖਰੇ ਹਾਂ ਦੂਜਿਆਂ ਨਾਲੋਂ, ਤਾਂ ਇਸ ਚੀਜ਼ ਨੂੰ ਅਸੀਂ ਐਜ਼ ਏ ਰਿਸਪੈਕਟ ਲੈਂਦੇ ਹਾਂ। ਅਸੀਂ ਹਰਿਆਣੇ ਵਾਲਿਆਂ ਤੋਂ ਨਫ਼ਰਤ ਨਹੀਂ ਕਰਦੇ, ਉਹਨਾਂ ਦੀ ਰਿਸਪੈਕਟ ਕਰਦੇ ਹਾਂ। ਹਰਿਆਣੇ ਵਾਲੇ ਪੰਜਾਬ ਵਾਲਿਆਂ ਦੀ ਰਿਸਪੈਕਟ ਕਰਦੇ। ਨੈਕਸਟ ਡਿਜ਼ਾਇਰ ਫॉर ਲਿਵਿੰਗ ਟੂਗੈਦਰ। ਜਿੱਥੇ ਅਸੀਂ ਵੱਖਰੇ ਹਾਂ ਉੱਥੇ ਸਾਡੀ ਇਹ ਵੀ ਇੱਛਾ ਹੈ ਕਿ ਅਸੀਂ ਇਕੱਠੇ ਰਹੀਏ, ਅਸੀਂ ਵੱਖ ਨਹੀਂ ਹੋਣਾ ਚਾਹੁੰਦੇ ਇੱਕ ਦੂਜੇ ਤੋਂ। ਸੋ ਇਹ ਸਾਡੀਆਂ ਫੀਲਿੰਗਸ ਨੇ, ਉਹਨਾਂ ਨੇ ਸਾਡੇ ਫੈਡਰਲਿਜ਼ਮ ਨੂੰ ਸਕਸੈਸਫੁਲ ਬਣਾਇਆ। ਕਿ ਫੈਡਰਲਿਜ਼ਮ ਵੀ ਇਹੀ ਕਹਿੰਦਾ ਹੈ ਕਿ ਤੁਸੀਂ ਬੇਸ਼ੱਕ ਵੱਖ ਹੋ ਇੱਕ ਦੂਜੇ ਤੋਂ, ਲੇਕਿਨ ਯੂਨਾਈਟਿਡ ਰਹਿਣਾ ਹੈ। ਇਹੀ ਫੈਡਰਲਿਜ਼ਮ ਦੀ ਜਿਹੜੀ ਹੈ ਸਪਿਰਿਟ ਹੈ। ਸੋ ਦੇਖਦੇ ਹਾਂ ਕਿ ਡਿਫਰੈਂਟ ਵੇਜ਼ ਜਿਨ੍ਹਾਂ ਦੇ ਰਾਹੀਂ ਕਿ ਫੈਡਰਲਿਜ਼ਮ ਜਿਹੜਾ ਹੈ ਇੰਡੀਆ 'ਚ ਪ੍ਰੈਕਟਿਸ ਕੀਤਾ ਗਿਆ। ਨੰਬਰ 1 ਇਜ਼ ਲਿੰਗੁਇਸਟਿਕ ਸਟੇਟਸ। ਇੰਡੀਆ ਦੀ ਇੰਡੀਪੈਂਡੈਂਸ ਤੋਂ ਬਾਅਦ ਜਦੋਂ ਪਾਰਟੀਸ਼ਨ ਹੋਈ, ਵੰਡ ਹੋਈ 1947 ਵਿੱਚ ਦੇਸ਼ ਆਜ਼ਾਦ ਹੋਇਆ। ਆਜ਼ਾਦ ਹੋਣ ਤੋਂ ਬਾਅਦ ਇੰਡੀਆ ਦੇ ਵਿੱਚ ਲਿੰਗੁਇਸਟਿਕ ਸਟੇਟਸ ਬਣਾਈਆਂ ਗਈਆਂ। ਲਿੰਗੁਇਸਟਿਕ ਮੀਨਸ ਬੇਸਡ ਔਨ ਲੈਂਗੁਏਜ, ਭਾਸ਼ਾ ਦੇ ਆਧਾਰ 'ਤੇ, ਲੈਂਗੁਏਜ ਦੇ ਆਧਾਰ ਦੇ ਉੱਪਰ ਜਿਹੜੀਆਂ ਸਟੇਟਸ ਬਣਾਈਆਂ ਗਈਆਂ। ਤੁਹਾਨੂੰ ਦੋ ਮੈਪ ਦਿੱਤੇ ਹੋਏ ਨੇ, ਪੇਜ ਨੰਬਰ 18 ਤੇ ਪੇਜ ਨੰਬਰ 19 ਦੇ ਉੱਪਰ। ਤੁਸੀਂ ਦੋਨੋਂ ਮੈਪ ਦੇਖ ਸਕਦੇ ਆ, ਦੋਨੋਂ ਮੈਪਸ ਵਿੱਚ ਕਿੰਨਾ ਡਿਫਰੈਂਸ ਹੈ। ਪੇਜ ਨੰਬਰ 18 ਦੇ ਉੱਪਰ ਜਿਹੜਾ ਮੈਪ ਹੈ ਉਹ ਤੁਹਾਨੂੰ ਦਿਖਾ ਰਿਹਾ ਹੈ 1947 ਦਾ ਇੰਡੀਆ। ਉਸ ਟਾਈਮ ਦੀਆਂ ਸਟੇਟਸ ਦੇਖ ਲਓ ਕਿ ਉਸ ਟਾਈਮ ਕਿਹੜੀਆਂ ਸਟੇਟਸ ਸੀਗੀਆਂ ਹਿੰਦੁਸਤਾਨ ਦੇ ਜਦੋਂ ਦੇਸ਼ ਆਜ਼ਾਦ ਹੋਇਆ। ਔਰ ਨੈਕਸਟ ਜਿਹੜਾ ਪੇਜ ਨੰਬਰ 19 ਦੇ ਉੱਪਰ ਮੈਪ ਹੈ, ਇਹਦੇ ਵਿੱਚ ਤੁਸੀਂ ਜਿਹੜਾ 2013 ਦਾ ਜਿਹੜਾ ਹੈ ਪੋਲੀਟੀਕਲ ਮੈਪ ਆਫ ਇੰਡੀਆ ਦੇਖ ਰਹੇ ਹੋ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਸਟੇਟਸ ਵੱਧ ਗਈਆਂ ਸੀਗੀਆਂ, ਨਾ ਕੁਛ ਨਵੀਆਂ ਸਟੇਟਸ ਬਣਾਈਆਂ ਗਈਆਂ ਸੀਗੀਆਂ। ਸੋ ਦੋਨੋਂ ਮੈਪਸ ਜਿਹੜੇ ਨੇ ਇਹ ਸਾਨੂੰ ਦੱਸ ਰਹੇ ਨੇ ਕਿ ਕਿਵੇਂ ਜਿਹੜਾ ਹੈ ਨਵੀਆਂ ਲਿੰਗੁਇਸਟਿਕ ਸਟੇਟਸ ਫਾਰਮ ਅਪ ਕੀਤੀਆਂ ਗਈਆਂ। ਕੁਝ ਪੁਰਾਣੀਆਂ ਸਟੇਟਸ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਕੁਝ ਨਵੀਆਂ ਸਟੇਟਸ ਕੱਢੀਆਂ ਗਈਆਂ ਬੇਸਡ ਔਨ ਲੈਂਗੁਏਜ। ਸੋ ਇਹ ਕਿਸ ਤਰ੍ਹਾਂ ਸਾਰੀ ਫਾਰਮੇਸ਼ਨ ਹੋਈ ਤੁਸੀਂ ਦੇਖਦੇ ਹਾਂ ਕਿ ਸਟੇਟਸ ਫਾਰਮਡ ਔਨ ਬੇਸਿਸ ਆਫ ਲੈਂਗੁਏਜ। ਆਜ਼ਾਦੀ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਲੋਕ ਇੱਕ ਹੀ ਭਾਸ਼ਾ ਬੋਲਦੇ ਨੇ ਉਹਨਾਂ ਨੂੰ ਵੱਖਰਾ ਸੂਬਾ, ਵੱਖਰੀ ਸਟੇਟ ਦਿੱਤੀ ਜਾਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਪੰਜਾਬੀ ਲੈਂਗੁਏਜ ਬੋਲਣ ਵਾਲਿਆਂ ਲਈ ਪੰਜਾਬ ਸਟੇਟ ਦਿੱਤੀ ਗਈ ਹੈ। ਠੀਕ ਹੈ, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਲੈਂਗੁਏਜ ਬੇਸਡ ਸਟੇਟਸ ਬਣਾਈਆਂ ਗਈਆਂ, ਕਿਉਂਕਿ ਇਹਨਾਂ ਸਟੇਟਸ ਦੇ ਲੋਕਾਂ ਦੀ ਵੀ ਇਹ ਡਿਮਾਂਡ ਸੀਗੀ ਕਿ ਸਾਨੂੰ ਆਪਣੀ ਵੱਖਰੀ ਸਟੇਟ ਚਾਹੀਦੀ ਹੈ ਜਿੱਥੇ ਅਸੀਂ ਆਪਣਾ ਐਡਮਿਨਿਸਟ੍ਰੇਸ਼ਨ ਖੁਦ ਚਲਾ ਸਕੀਏ, ਆਪਣੇ ਕਲਚਰ ਨੂੰ ਪ੍ਰੀਜ਼ਰਵ ਕਰ ਸਕੀਏ। ਇਸੇ ਤਰ੍ਹਾਂ ਹੀ ਸਟੇਟਸ ਬੇਸਡ ਲੈਂਗੁਏਜ ਤੋਂ ਬਿਨਾਂ ਕੁਝ ਸਟੇਟਸ ਜਿਹੜੀਆਂ ਸੀਗੀਆਂ ਉਹ ਕਲਚਰ ਤੇ ਜਿਓਗ੍ਰਾਫੀ ਬੇਸਡ ਵੀ ਬਣੀਆਂ ਨੇ ਹਿੰਦੁਸਤਾਨ ਦੇ ਵਿੱਚ। ਫੋਰ ਐਗਜ਼ਾਮਪਲ ਨਾਗਾਲੈਂਡ, ਉੱਤਰਾਖੰਡ, ਝਾਰਖੰਡ, ਇਹ ਜਿਹੜੀਆਂ ਸਟੇਟਸ ਨੇ ਲੈਂਗੁਏਜ ਬੇਸਡ ਨਹੀਂ ਬਲਕਿ ਜਿਓਗ੍ਰਾਫੀ ਬੇਸਡ ਨੇ ਜਾਂ ਸੇਮ ਕਲਚਰ ਦੇ ਲੋਕਾਂ ਦੀਆਂ ਸਟੇਟਸ ਹੈਗੀਆਂ ਨੇ। ਦੇਖੋ ਜਦੋਂ ਦੂਜੀ ਗੱਲ ਅਸੀਂ ਕਰਾਂਗੇ ਕਿ ਜਿਹੜੀਆਂ ਲੈਂਗੁਏਜ ਬੇਸਡ ਸਟੇਟਸ ਬਣਾਈਆਂ ਗਈਆਂ ਸੀਗੀਆਂ ਉਦੋਂ ਸੈਂਟਰਲ ਗਵਰਨਮੈਂਟ ਬੜੀ ਡਰੀ ਹੋਈ ਸੀ। ਸ਼ੁਰੂ ਦੇ ਵਿੱਚ ਇਹ ਜਿਹੜੀ ਸੈਂਟਰਲ ਸਰਕਾਰ ਸੀ ਉਹ ਨਹੀਂ ਸੀ ਚਾਹੁੰਦੀ ਕਿ ਲੈਂਗੁਏਜ ਬੇਸਡ ਸਟੇਟਸ ਬਣਾਈਆਂ ਜਾਣ, ਕਿਉਂਕਿ ਸੈਂਟਰਲ ਗਵਰਨਮੈਂਟ ਨੂੰ ਡਰ ਸੀਗਾ ਕਿ ਇਹ ਨਾ ਹੋਵੇ ਕਿ ਅੱਜ ਅਸੀਂ ਭਾਸ਼ਾ ਦੇ ਆਧਾਰ 'ਤੇ ਕੋਈ ਸਟੇਟ ਬਣਾ ਦਈਏ ਅਤੇ ਕੱਲ੍ਹ ਨੂੰ ਇਹ ਕਹਿਣ ਕਿ ਅਸੀਂ ਅੱਡ ਹੋਣਾ ਹੈ, ਅਸੀਂ ਵੱਖਰਾ ਦੇਸ਼ ਬਣਾਉਣਾ ਹੈ। ਤਾਂ ਇਸ ਕਰਕੇ ਸ਼ੁਰੂ ਦੇ ਵਿੱਚ ਸੈਂਟਰਲ ਗਵਰਨਮੈਂਟ ਡਰੀ ਸੀ, ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਇਹ ਪ੍ਰੂਵ ਹੋ ਗਿਆ ਕਿ ਜਿਹੜਾ ਫੀਅਰ ਸੀਗਾ ਉਹ ਗਲਤ ਸੀਗਾ ਸੈਂਟਰਲ ਗਵਰਨਮੈਂਟ ਦਾ, ਔਰ ਇਹਦੇ ਗੁੱਡ ਆਊਟਕਮ ਸਾਹਮਣੇ ਆਏ, ਸਹੀ ਨਤੀਜੇ ਸਾਹਮਣੇ ਆਏ। ਇਹਦੇ ਨਾਲ ਕੀ ਹੋਇਆ ਕਿ ਵੱਖਰੀ ਭਾਸ਼ਾ ਬੋਲਣ ਵਾਲੇ ਜਿਹੜੇ ਲੋਕ ਸੀਗੇ ਉਹ ਸੈਟੀਸਫਾਈ ਹੋ ਗਏ ਕਿ ਸਾਨੂੰ ਵੱਖਰੀ ਸਟੇਟ ਮਿਲ ਗਈ ਹੈ, ਅਸੀਂ ਆਪਣਾ ਐਡਮਿਨਿਸਟ੍ਰੇਸ਼ਨ ਖੁਦ ਚਲਾ ਸਕਦੇ ਹਾਂ, ਜਿਹਦੇ ਨਾਲ ਕੰਟਰੀ ਜਿਹੜਾ ਹੈ ਉਹ ਡਿਵੀਜ਼ਨ ਤੋਂ ਬਚ ਗਿਆ ਅਤੇ ਕੰਟਰੀ ਯੂਨਾਈਟਿਡ ਰਿਹਾ। ਹਾਂਜੀ, ਨੈਕਸਟ ਟੌਪਿਕ ਹੈ ਲੈਂਗੁਏਜ ਪੋਲਿਸੀ। ਪਹਿਲੀ ਗੱਲ ਅਸੀਂ ਡਿਸਕਸ ਕੀਤੀ ਕਿ ਸਾਡੇ ਇੰਡੀਅਨ ਫੈਡਰੇਸ਼ਨ ਨੇ ਲੈਂਗੁਏਜ ਦੇ ਬੇਸਡ ਉੱਪਰ ਸਟੇਟਸ ਬਣਾ ਕੇ ਕੰਟਰੀ ਨੂੰ ਯੂਨਾਈਟਿਡ ਰੱਖਿਆ। ਦੂਜਾ ਇਹਨਾਂ ਨੇ ਕੰਮ ਕੀਤਾ ਲੈਂਗੁਏਜ ਪੋਲਿਸੀ। ਆਜ਼ਾਦੀ ਤੋਂ ਬਾਅਦ ਜਿਹੜਾ ਹੈ ਗਵਰਨਮੈਂਟ ਨੇ ਲੈਂਗੁਏਜ ਪੋਲਿਸੀ ਬਣਾਈ। ਸੰਵਿਧਾਨ ਦੇ ਵਿੱਚ ਜਿਹੜਾ ਹੈ ਕਿਸੇ ਵੀ ਲੈਂਗੁਏਜ ਨੂੰ ਨੈਸ਼ਨਲ ਲੈਂਗੁਏਜ ਨਹੀਂ ਬਣਾਇਆ ਗਿਆ। ਕਈ ਬੱਚਿਆਂ ਦੇ ਮਨ 'ਚ ਕਨਫਿਊਜ਼ਨ ਹੁੰਦੀ ਹੈ ਕਿ ਸ਼ਾਇਦ ਹਿੰਦੀ ਨੈਸ਼ਨਲ ਲੈਂਗੁਏਜ ਹੈ। ਅਜੇ ਤੱਕ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਦਾ ਸਟੇਟਸ ਨਹੀਂ ਮਿਲਿਆ। ਸਾਡੀ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ ਹੈ ਫਿਲਹਾਲ। ਔਰ ਹਿੰਦੀ ਜਿਹੜੀ ਹੈ ਇਹ ਕੀ ਬਣਾਈ ਗਈ, ਆਫੀਸ਼ੀਅਲ ਲੈਂਗੁਏਜ ਬਣਾਈ ਗਈ ਹੈ। ਕੰਮਕਾਜ ਦੀ ਭਾਸ਼ਾ ਹੈ। ਜਿਹੜਾ ਗਵਰਨਮੈਂਟ ਜਿਹੜੀ ਹੈ ਸੈਂਟਰਲ ਗਵਰਨਮੈਂਟ ਜੋ ਵੀ ਕੰਮਕਾਜ ਕਰਦੀ ਹੈ, ਜੋ ਡਾਕੂਮੈਂਟਸ ਤਿਆਰ ਕਰਦੀ ਹੈ, ਉਹਦੇ ਵਾਸਤੇ ਹਿੰਦੀ ਯੂਜ਼ ਕਰਦੀ ਹੈ। ਸੋ ਇਹਨੂੰ ਨੈਸ਼ਨਲ ਲੈਂਗੁਏਜ ਦਾ ਦਰਜਾ ਹਜੇ ਤੱਕ ਨਹੀਂ ਮਿਲਿਆ। ਲੈਂਗੁਏਜ ਪੋਲਿਸੀ ਚਾਹੁੰਦਾ ਹੈ ਕਿਉਂ? ਕਿਉਂਕਿ ਓਨਲੀ ਅਬਾਊਟ 40% ਪੀਪਲ ਸਪੀਕ ਹਿੰਦੀ ਇਨ ਇੰਡੀਆ।
40% ਦੇ ਕਰੀਬ ਹੀ ਲੋਕ ਨੇ ਜਿਹੜੇ ਹਿੰਦੀ ਬੋਲਦੇ ਨੇ। ਤਾਂ ਜਿਹੜੀ ਭਾਸ਼ਾ ਜਿਹੜੀ ਹੈ ਸਿਰਫ 40% ਲੋਕ ਬੋਲਦੇ ਨੇ, ਉਹਨੂੰ ਨੈਸ਼ਨਲ ਲੈਂਗੁਏਜ ਦਾ ਦਰਜਾ ਇਸ ਕਰਕੇ ਨਹੀਂ ਦਿੱਤਾ ਗਿਆ ਕਿਉਂਕਿ ਜਾਂ ਤਾਂ ਹੋਵੇ ਕਿ ਮੈਜੋਰਿਟੀ ਆਫ ਦ ਪੀਪਲ ਜਿਹੜੇ ਨੇ ਉਸ ਪਰਟੀਕੂਲਰ ਲੈਂਗੁਏਜ ਨੂੰ, ਜਿਹੜੀ ਵੀ ਲੈਂਗੁਏਜ ਨੂੰ ਬੋਲਦੇ ਨੇ, ਉਹਨੂੰ ਨੈਸ਼ਨਲ ਲੈਂਗੁਏਜ ਦਾ ਦਰਜਾ ਦਿੱਤਾ ਜਾਂਦਾ ਹੈ। ਲੇਕਿਨ ਉਹਨਾਂ ਨੇ ਸੰਵਿਧਾਨ ਬਣਾਉਣ ਵਾਲਿਆਂ ਨੇ ਦੇਖਿਆ ਕਿ ਸਿਰਫ 40% ਦੇ ਕਰੀਬ ਹੀ ਲੋਕ ਜਿਹੜੇ ਨੇ ਹਿੰਦੀ ਬੋਲ ਰਹੇ ਨੇ, ਸੋ ਉਸ ਟਾਈਮ 'ਤੇ ਉਹਨਾਂ ਨੇ ਹਿੰਦੀ ਨੂੰ ਅਫੀਸ਼ੀਅਲ ਲੈਂਗੁਏਜ ਦਾ ਸਟੇਟਸ ਹੀ ਦਿੱਤਾ, ਨੈਸ਼ਨਲ ਲੈਂਗੁਏਜ ਨਹੀਂ ਬਣਾਇਆ। ਉਸ ਤੋਂ ਬਾਅਦ ਨੈਕਸਟ ਚੀਜ਼ ਹੈ 22 ਸ਼ੈਡਿਊਲਡ ਲੈਂਗੁਏਜਸ ਇਨਕਲੂਡਿੰਗ ਹਿੰਦੀ ਆਰ देयर ਇਨ ਦਾ ਕਨਸਟੀਟਿਊਸ਼ਨ। ਸਾਡੇ ਸੰਵਿਧਾਨ ਦੇ ਵਿੱਚ ਟੋਟਲ 22 ਸ਼ੈਡਿਊਲਡ ਲੈਂਗੁਏਜਸ ਨੇ, ਜਿਨ੍ਹਾਂ ਦੇ ਵਿੱਚ ਹਿੰਦੀ ਵੀ ਹੈ। ਹਿੰਦੀ ਨੂੰ ਸ਼ਾਮਿਲ ਕਰਕੇ ਟੋਟਲ 22 ਜਿਹੜੀਆਂ ਨੇ ਉਪਭਾਸ਼ਾਵਾਂ ਦੇ ਨਾਮ ਦਰਜ ਨੇ ਸੰਵਿਧਾਨ ਦੇ ਵਿੱਚ, ਔਰ ਹਿੰਦੀ ਵੀ ਉਹਨਾਂ ਦੇ ਵਿੱਚੋਂ ਇੱਕ। ਨੈਕਸਟ ਹੈ ਨੈਕਸਟ ਇੱਕ ਇਹ ਚੀਜ਼ ਆਪਾਂ ਡਿਸਕਸ ਕਰਨੀ ਹੈ ਕਿ ਜਿਹੜੀਆਂ 22 ਸ਼ੈਡਿਊਲਡ ਲੈਂਗੁਏਜਸ ਨੇ ਸੰਵਿਧਾਨ ਦੇ ਵਿੱਚ, ਜਦੋਂ ਤੁਸੀਂ ਕੋਈ ਸੈਂਟਰਲ ਗਵਰਨਮੈਂਟ ਦਾ ਕੋਈ ਵੀ ਕੰਪੀਟੀਟਿਵ ਐਗਜ਼ਾਮ ਦਿੰਦੇ ਹੋ ਤਾਂ ਤੁਸੀਂ 22 ਦੀਆਂ 22 ਭਾਸ਼ਾਵਾਂ ਦੇ ਵਿੱਚੋਂ ਕੋਈ ਵੀ ਭਾਸ਼ਾ ਚੂਜ਼ ਕਰਕੇ ਉਹਦੇ ਵਿੱਚ ਆਪਣਾ ਪੇਪਰ ਦੇ ਸਕਦੇ ਹੋ। ਇਹ ਤੁਹਾਨੂੰ ਜਿਹੜੀ ਫੈਸਿਲਿਟੀ ਦਿੱਤੀ ਗਈ ਹੈ। ਨੈਕਸਟ ਐਵਰੀ ਸਟੇਟ ਹੈਜ਼ ਇਟਸ ਓਨ ਅਫੀਸ਼ੀਅਲ ਲੈਂਗੁਏਜ। ਹਰ ਇੱਕ ਸਟੇਟ ਦੀ ਵੀ ਆਪਣੀ ਆਪਣੀ ਵੱਖਰੀ ਅਫੀਸ਼ੀਅਲ ਲੈਂਗੁਏਜ ਹੈ, ਕੰਮਕਾਜ ਦੀ ਭਾਸ਼ਾ ਹੈ। ਜਿਵੇਂ ਪੰਜਾਬ ਦੀ ਪੰਜਾਬੀ ਹੈ। ਸੋ ਜਿੱਥੇ ਨੈਸ਼ਨਲ ਲੈਵਲ ਤੇ ਹਿੰਦੀ ਨੂੰ ਜਿਹੜਾ ਹੈ, ਜੈਸੇ ਸੈਂਟਰਲ ਲੈਵਲ ਤੇ ਸੈਂਟਰਲ ਗਵਰਨਮੈਂਟ ਦੇ ਕੋਲ ਅਫੀਸ਼ੀਅਲ ਲੈਂਗੁਏਜ ਹਿੰਦੀ ਹੈ, ਉੱਥੇ ਨਾਲ ਦੀ ਨਾਲ ਹਰ ਇੱਕ ਸਟੇਟ ਦੀ ਆਪਣੀ ਆਪਣੀ ਅਫੀਸ਼ੀਅਲ ਲੈਂਗੁਏਜ ਹੈ, ਜਿਵੇਂ ਕਿ ਪੰਜਾਬ ਦੀ ਪੰਜਾਬੀ ਅਫੀਸ਼ੀਅਲ ਲੈਂਗੁਏਜ ਹੈ। ਸੋ ਇਸ ਤੋਂ ਨੈਕਸਟ ਹੈ English may also be used as official language along with Hindi। ਇਸ ਲਾਈਨ ਨੂੰ ਸਮਝਣ ਵਾਸਤੇ ਥੋੜਾ ਜਿਹਾ ਤੁਹਾਨੂੰ ਮੈਂ ਜਿਹੜਾ ਹੈ ਹਿਸਟਰੀ ਨਾਲ ਜੋੜਾਂਗਾ ਕਿ ਜਦੋਂ ਸੰਵਿਧਾਨ ਬਣਾਇਆ ਗਿਆ ਸੀਗਾ, ਜਦੋਂ ਹਿੰਦੀ ਨੂੰ ਅਫੀਸ਼ੀਅਲ ਲੈਂਗੁਏਜ ਡਿਕਲੇਅਰ ਕੀਤਾ ਗਿਆ ਸੀਗਾ, ਤਾਂ ਉਸ ਟਾਈਮ ਤੇ ਕਿਹਾ ਗਿਆ ਸੀਗਾ ਕਿ 1965 ਈਅਰ ਤੱਕ ਇੰਗਲਿਸ਼ ਜਿਹੜੀ ਹੈ ਉਸ ਨੂੰ ਐਜ਼ ਏ ਅਫੀਸ਼ੀਅਲ ਲੈਂਗੁਏਜ ਯੂਜ਼ ਕਰਨਾ ਬੰਦ ਕਰ ਦਿੱਤਾ ਜਾਏਗਾ। ਆਜ਼ਾਦੀ ਤੋਂ ਪਹਿਲਾਂ ਇੰਗਲਿਸ਼ ਅਫੀਸ਼ੀਅਲ ਲੈਂਗੁਏਜ ਯੂਜ਼ ਹੁੰਦੀ ਸੀਗੀ ਹਰ ਜਗ੍ਹਾ ਤੇ, ਲੇਕਿਨ ਜਿਹੜਾ ਹੈ ਆਜ਼ਾਦੀ ਦੇ ਟਾਈਮ ਸੰਵਿਧਾਨ ਬਣਾਉਣ ਦੇ ਟਾਈਮ ਵੀ ਡਿਕਲੇਅਰ ਕੀਤਾ ਗਿਆ ਸੀਗਾ ਕਿ 1965 ਤੋਂ ਬਾਅਦ ਅੰਗਰੇਜ਼ੀ ਨੂੰ ਜਿਹੜਾ ਹੈ ਅਫੀਸ਼ੀਅਲ ਲੈਂਗੁਏਜ ਦੇ ਤੌਰ ਤੇ ਨਹੀਂ ਵਰਤਿਆ ਜਾਏਗਾ। ਲੇਕਿਨ ਇਸ ਫੈਸਲੇ ਦਾ ਵਿਰੋਧ ਕੀਤਾ ਸਾਊਥ ਸਟੇਟਸ ਨੇ, ਸਦਰਨ ਸਟੇਟਸ ਨੇ, ਜਿਨ੍ਹਾਂ ਦੇ ਵਿੱਚੋਂ ਤਾਮਿਲਨਾਡੂ ਖਾਸ ਕਰਕੇ ਹੈ। ਤਾਮਿਲਨਾਡੂ ਨੇ ਵਿਰੋਧ ਕੀਤਾ ਕਿ ਅਸੀਂ ਹਿੰਦੀ ਨਹੀਂ ਯੂਜ਼ ਕਰਨਾ ਚਾਹੁੰਦੇ, ਅਸੀਂ ਜਾਂ ਤਾਂ ਆਪਣੀ ਸਟੇਟ ਦੀ ਅਫੀਸ਼ੀਅਲ ਲੈਂਗੁਏਜ ਯੂਜ਼ ਕਰਾਂਗੇ, ਨਾਲ ਜਿਹੜੀ ਹੈ ਇੰਗਲਿਸ਼ ਨੂੰ ਯੂਜ਼ ਕਰਨਾ ਚਾਹੁੰਦੇ ਹਾਂ। ਸੋ ਇਸ ਕਰਕੇ ਆਖਿਰ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਝੁਕਣਾ ਪਿਆ ਔਰ ਇਹ ਪਰਮਿਸ਼ਨ ਦੇ ਦਿੱਤੀ ਗਈ ਕਿ ਜਿਹੜੀਆਂ ਸਟੇਟਸ ਹਿੰਦੀ ਨੂੰ ਜਿਹੜਾ ਹੈ ਐਜ਼ ਏ ਅਫੀਸ਼ੀਅਲ ਲੈਂਗੁਏਜ ਨਹੀਂ ਯੂਜ਼ ਕਰਨਾ ਚਾਹੁੰਦੀਆਂ, ਉਹ ਇੰਗਲਿਸ਼ ਯੂਜ਼ ਕਰ ਸਕਦੀਆਂ ਨੇ ਸੈਂਟਰਲ ਗਵਰਨਮੈਂਟ ਦੇ ਨਾਲ ਗੱਲਬਾਤ ਕਰਨ ਲਈ, ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜੇ ਨੇ ਕੋਰਸਪੋਂਡੈਂਸ ਕਰਨ ਦੇ ਲਈ। ਸੋ ਹੁਣ ਇਹ ਵਿਵਸਥਾ ਹੈ ਕਿ ਹਿੰਦੀ ਜਿਹੜੀ ਹੈ ਸਾਨੂੰ ਨੋ ਡਾਊਟ ਕਿ ਮੇਨ ਅਫੀਸ਼ੀਅਲ ਲੈਂਗੁਏਜ ਹੈ, ਲੇਕਿਨ ਜਿਹੜੀਆਂ ਸਟੇਟਸ ਹਿੰਦੀ ਨੂੰ ਪ੍ਰਵਾਨ ਨਹੀਂ ਕਰਦੀਆਂ, ਉਹ ਹਿੰਦੀ ਦੀ ਜਗ੍ਹਾ 'ਤੇ ਜਿਹੜਾ ਹੈ ਇੰਗਲਿਸ਼ ਨੂੰ ਜਿਹੜਾ ਹੈ ਐਜ਼ ਏ ਅਫੀਸ਼ੀਅਲ ਲੈਂਗੁਏਜ ਰੱਖ ਸਕਦੀਆਂ ਨੇ ਸੈਂਟਰਲ ਗਵਰਨਮੈਂਟ ਨਾਲ ਕੰਮਕਾਜ ਕਰਨ ਦੇ ਲਈ, ਜਾਂ ਜਿਹੜੇ ਸੈਂਟਰਲ ਗਵਰਨਮੈਂਟ ਦੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ 'ਚ ਵਰਤਣ ਵਾਸਤੇ। ਸੋ ਜਿਹੜਾ ਹੈ ਹਿੰਦੀ ਅਤੇ ਇੰਗਲਿਸ਼ ਦੋਨੋਂ ਹੀ ਅਫੀਸ਼ੀਅਲ ਲੈਂਗੁਏਜ ਨੇ, ਔਰ ਪਲੱਸ ਹਰ ਇੱਕ ਸਟੇਟ ਦੀ ਆਪਣੀ ਆਪਣੀ ਸਟੇਟ ਅਫੀਸ਼ੀਅਲ ਲੈਂਗੁਏਜ। ਸੋ ਦਿਸ ਵਾਜ਼ ਆਲ ਅਬਾਊਟ ਦ ਲੈਂਗੁਏਜ ਪੋਲਿਸੀ ਇਨ ਇੰਡੀਆ। ਆਈ ਹੋਪ ਇਟ ਵੁੱਡ ਹੈਵ ਬੀਨ ਕਲੀਅਰ ਟੂ ਯੂ। ਜੀ ਬੇਟਾ ਉਸੇ ਟੌਪਿਕ ਨੂੰ ਕੰਟੀਨਿਊ ਰੱਖਾਂਗੇ ਜਿਵੇਂ ਕਿ ਅਸੀਂ ਪੜ੍ਹ ਰਹੇ ਹਾਂ ਹਾਊ ਇਜ਼ ਫੈਡਰਲਿਜ਼ਮ ਪ੍ਰੈਕਟਿਸਡ ਇਨ ਇੰਡੀਆ, ਕਿ ਹਿੰਦੁਸਤਾਨ ਦੇ ਵਿੱਚ ਫੈਡਰਲਿਜ਼ਮ ਕਿਵੇਂ ਚੱਲ ਰਿਹਾ ਹੈ। ਇਹਦੇ ਵਿੱਚ ਇੱਕ ਸਬ ਟੌਪਿਕ ਹੈ ਸੈਂਟਰ ਸਟੇਟ ਰਿਲੇਸ਼ਨਸ, ਕਿ ਸੈਂਟਰਲ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਜਿਹੜੇ ਆਪਸ 'ਚ ਰਿਲੇਸ਼ਨ ਨੇ, ਇਹ ਵੀ ਸਾਡੇ ਫੈਡਰਲ ਗਵਰਨਮੈਂਟ ਦੀ ਸਕਸੈਸ ਨੂੰ ਡਿਟਰਮਿਨ ਕਰਦਾ। ਅਗਰ ਤਾਂ ਸੈਂਟਰਲ ਔਰ ਸਟੇਟ ਗਵਰਨਮੈਂਟਸ ਦੇ ਅੱਛੇ ਰਿਲੇਸ਼ਨ ਨੇ ਤਾਂ ਫੈਡਰਲਿਜ਼ਮ ਕਾਫੀ ਸਕਸੈਸਫੁਲ ਰਹੇਗਾ, ਲੇਕਿਨ ਅਗਰ ਸੈਂਟਰਲ ਗਵਰਨਮੈਂਟ ਔਰ ਸਟੇਟ ਗਵਰਨਮੈਂਟਸ ਆਪਸ 'ਚ ਲੜਦੀਆਂ ਰਹਿਣ ਤਾਂ ਫੈਡਰਲ ਗਵਰਨਮੈਂਟ ਜਿਹੜੀ ਹੈ ਬਹੁਤ ਹੀ ਸਕਸੈਸਫੁਲ ਨਹੀਂ ਹੈ। ਸੋ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਕੀ ਹਾਲਾਤ ਰਹੇ ਨੇ ਆਫਟਰ ਇੰਡੀਪੈਂਡੈਂਸ। ਜਿਵੇਂ ਕਿ ਤੁਹਾਡੀ ਬੁੱਕ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ ਇੰਡੀਪੈਂਡੈਂਸ ਤੋਂ ਬਾਅਦ ਜਿਹੜੀ ਮੇਨ ਪਾਰਟੀ ਸੀਗੀ ਉਹ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ। ਸੈਂਟਰਲ ਗਵਰਨਮੈਂਟ ਦੇ ਵਿੱਚ ਵੀ ਕਾਂਗਰਸ ਦਾ ਰਾਜ ਸੀ ਔਰ ਜ਼ਿਆਦਾਤਰ ਸਟੇਟਸ ਜਿਹੜੀਆਂ ਨੇ ਉੱਥੇ ਵੀ ਕਾਂਗਰਸ ਦੀ ਹੀ ਗਵਰਨਮੈਂਟ ਸੀ। ਸੋ ਜਿਸ ਕਾਰਨ ਸ਼ੁਰੂਆਤ ਦੇ ਵਿੱਚ ਸੈਂਟਰ ਔਰ ਸਟੇਟ ਦੇ ਜਿਹੜੇ ਰਿਲੇਸ਼ਨ ਸੀ ਬੜੇ ਹੀ ਅੱਛੇ ਰਹੇ। ਲੇਕਿਨ ਇੱਕ ਚੀਜ਼ ਇਹਦੇ 'ਚ ਨੈਗੇਟਿਵ ਪੁਆਇੰਟ ਵੀ ਸਾਹਮਣੇ ਆਇਆ, ਉਹ ਸੀਗਾ ਕਿ ਸਟੇਟ ਗਵਰਨਮੈਂਟ ਜਿਹੜੀਆਂ ਸੀਗੀਆਂ ਉਹ ਸੈਂਟਰਲ ਗਵਰਨਮੈਂਟ ਦੇ ਅਧੀਨ ਹੋ ਕੇ ਰਹਿ ਗਈਆਂ ਸੀਗੀਆਂ, ਕਿਉਂਕਿ ਸੈਂਟਰਲ ਗਵਰਨਮੈਂਟ ਜੋ ਕਹਿੰਦੀ ਸੀ ਸਟੇਟਸ ਚੁੱਪਚਾਪ ਉਹ ਪ੍ਰਵਾਨ ਕਰ ਲੈਂਦੀਆਂ ਸੀਗੀਆਂ। ਕਾਰਨ ਕਿ ਦੋਨੋਂ ਹੀ ਜਿਹੜੀਆਂ ਗਵਰਨਮੈਂਟ ਸੀ ਸੈਂਟਰ ਔਰ ਸਟੇਟ ਦੀਆਂ ਜ਼ਿਆਦਾਤਰ ਕਾਂਗਰਸ ਦੀਆਂ ਸੀਗੀਆਂ। ਜੋ ਸੈਂਟਰ ਕਹਿੰਦੀ ਸੀ ਸਟੇਟ ਕੋਈ ਕੁਐਸਚਨ ਨਹੀਂ ਸੀ ਕਰਦਾ, ਚੁੱਪ ਕਰਕੇ ਮੰਨ ਲੈਂਦੀ ਸੀ। ਲੇਕਿਨ ਹੌਲੀ ਹੌਲੀ ਜਿਹੜਾ ਹੈ ਸਮਾਂ ਬਦਲਣ ਲੱਗਾ ਔਰ ਕਾਂਗਰਸ ਦੀ ਜਿਹੜੀ ਪਾਰਟੀ ਸੀ ਥੋੜੀ ਕਮਜ਼ੋਰ ਹੋਣ ਲੱਗ ਗਈ
और उसकी जगह पर कुछ नवीं पार्टीज जिहड़ियां सी सामने आउण लग पईआं, जिस कारण कई बार सेंटर दे विच भी कांग्रेस की सरकार नहीं बनी बल्कि दूजियां पार्टियां की सरकार आउण लग गई। स्टेट्स के विच खास करके बहुत सारिया रीजनल पार्टीज खेतरी पार्टियां बन गई और उन्होंने रीजनल पार्टीज ने कांग्रेस नूं स्टेट लैवल ते पावर तो बाहर कर दिता। सो हालात कुछ इहो जिहे सीगे, कई बारी सेंटर दे विच कांग्रेस की सरकार हुंदी सीगी और स्टेट दे विच किसी होर पार्टी की सरकार हुंदी सीगी। ऐसे हालात दे विच सेंट्रल गवर्नमेंट जिहड़ी है उस पर्टिकुलर स्टेट नूं जानबूझ के परेशान करती सीगी और विरोधी जिहड़ी पार्टी की स्टेट सरकार है उन्हें तंग परेशान किया जाता सीगा। कई बारी जिहड़ी है सेंट्रल गवर्नमेंट की जिहड़ी सरकार है वो विरोधी स्टेट पार्टी की सरकार नूं जिहड़ा है गलत तरीके दे नाल डिसमिस करवा देंदी सी, उत्थे एमरजेंसी लगवा देंदी सीगी। लेकिन हौली हौली सुप्रीम कोर्ट ने इंटरफेयर किया और ऑर्डर जारी किए इहो जिहे कि बाद में ऐसी व्यवस्था जी है रोक दी गई कि बिना कारण सेंट्रल गवर्नमेंट स्टेट गवर्नमेंट को डिसमिस नहीं करवा सकती। देखो मैं जी भी एक्सप्लेनेशन दे रहा इतने मेरा मतलब किसी पार्टी के खिलाफ जाना नहीं है, लेकिन जस्ट तुहानूं एग्जाम्पल्स दी जा रही ने ताकि तुसीं ईजीली समझ सको। ठीक है, सारिया पार्टीज साढ़े वास्ते बराबर है। हाँ जी, अगे चलते हैं। 1990 तो बाद खास करके कहता है कि एक नवा दौर आया 1990 तो बाद कि हिंदुस्तान के कोलिशन गवर्नमेंट्स बननिया शुरू हो गई। कोलिशन गवर्नमेंट की हिंदी पंजाबी से कहने गठबंधन सरकार। जदों दो पार्टियां ਜਾਂ दो तो ज़्यादा पार्टियां आपस में मिल के एक ग्रुप बनाउंदियां ने, अलायंस बनाउंदियां ने और वो इलैक्शन लड़दियां ने। इलैक्शन लड़न तो बाद इकट्ठियां ही वो सरकार बनाउंदियां ने पार्टियां आपस में मिल के। तो ऐसी गवर्नमेंट में असीं कोलिशन गवर्नमेंट कहने, मिली जुली सरकार कहने कि दो या दो तो ज़्यादा पार्टियां ने आपस में मिलकर सरकार बनाई है। 1990 तो बाद हालात कुछ इहो जिहे हो गए सीगे कि सेंट्रल लैवल के उपर कोई भी एक नैशनल पार्टी अपने बलबूते ते गवर्नमेंट नहीं सी बना पा रही, जिस कारण नैशनल पार्टीज़ ने अलग अलग स्टेट दियाँ रीजनल पार्टीज़ के नाल मिल के सरकार बनाई। अलग अलग स्टेट्स दियाँ खेतरी पार्टियों के नाल मिल के सरकार बनाई और ऐसी सरकार में असीं नैशनल गवर्नमेंट कोलिशन गवर्नमेंट का नाम दिता है। सो जो नैशनल पार्टियां और रीजनल पार्टीज़ मिल के इलैक्शन इन्होंने लड़ी, मिल के सरकार बनाई तो कोलिशन गवर्नमेंट बनी और इस तरह के नाल जिहड़ा सेंटर में कोलिशन गवर्नमेंट्स बनने का दौर सामने आया। मौजूदा एग्जाम्पल्स साडे कोल ने, जिहड़ी साडे कोल इस वेले NDA की सरकार है, नैशनल डेमोक्रेटिक अलायंस, जिहदे विच भारतीय जनता पार्टी नैशनल जिहड़ी पार्टी है, ये बहुत सारिया रीजनल पार्टीज़ ने मिल के चोन लड़ी और उन्होंने मिल के हुण कोलिशन गवर्नमेंट बनाई हुई है। फॉर एग्जाम्पल पंजाब के जी साडी रीजनल पार्टी है श्रोमणी अकाली दल, वो जी पार्टी है BJP के नाल मिल के लड़ी और इन्होंने कोलिशन गवर्नमेंट अपनी हिस्सेदारी पाई है। सो कहता है कि कोलिशन गवर्नमेंट का दौर आने के नाल जिहड़ी रीजनल पार्टी सीगियां इन्हां दी काफ़ी ज़्यादा इंपॉर्टेंस बढ़ गई, जिस करके हुण जिहड़ियां सेंट्रल गवर्नमेंट का नज़रिया है स्टेट्स वाल काफ़ी अच्छा है, क्योंकि उन्होंने जिहड़ा है स्टेट्स के उपर निर्भर रहना पैंदा है। अजकल स्टेट पार्टीज़ के उपर निर्भर रहिंदे ने सरकार बनाउण वास्ते। सो इस कारण जिहड़े ने कुछ हालात जिहड़े ने सुधर रहे हैं। सेंट्रल गवर्नमेंट को भी पता है कि अगर वो स्टेट्स वास्ते अच्छा काम करेगी तो ही जिहड़ा है उन्हों की गवर्नमेंट नैक्सट टाइम आएगी, क्योंकि रीजनल पार्टीज़ जिहड़ियां ने स्टेट पार्टीज़ जिहड़ियां ने उन्होंने बिना सरकार बनाना मुश्किल समझदियां ने। सो अज हालात सुधर रहे हैं सेंटर और स्टेट के। ये चीज़ जी डिस्क्राइब की गई। जिन्ने अच्छे रिलेशन होंगे सेंटर और स्टेट के उन्नी ही फैडरलिज्म साडी होर स्ट्रोंग होएगी। दिस वाज ऑल इन दिस टॉपिक सेंटर स्टेट रिलेशंस।